ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 363 ਤੋਂ ਲੈ ਕੇ 365 ਤੱਕ ਸਵਾਇਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ। ਅੱਜ ਆਪਾਂ ਗੁਰੂ ਅਮਰਦਾਸ ਜੀ ਦੀ ਬਾਣੀ 'ਤੇ ਵਿਚਾਰ ਕਰਦੇ ਹਾਂ। ਕੱਲ੍ਹ ਫਿਰ ਗੁਰੂ ਰਾਮਦਾਸ ਜੀ ਦੀ ਬਾਣੀ ਰਾਗ ਆਸਾ ਵਿੱਚ ਹੀ ਸ਼ੁਰੂ ਹੋਏਗੀ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਤੀਜਾ। ਗੁਰ ਸਾਇਰ ਸਤਿਗੁਰ ਸੱਚ ਸੋਏ, ਪੂਰੈ ਭਾਗ ਗੁਰ ਸੇਵਾ ਹੋਏ। ਸੋ ਬੂਝੈ ਜਿਸ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਗਿਆਨ ਰਤਨ ਸਭ ਸੋਝੀ ਹੋਏ, ਗੁਰ ਪ੍ਰਸਾਦ ਅਗਿਆਨ ਬਿਨਾਸੈ। ਅਨ ਦਿਨ ਜਾਗੈ ਵੇਖੈ ਸੱਚ ਸੋਏ ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਗੁਰੂ ਕਹਿੰਦੇ ਪਰਮਾਤਮਾ ਦੇ ਗੁਣਾ ਰੂਪੀ ਰਤਨਾਂ ਨਾਲ ਭਰਿਆ ਹੋਇਆ ਸਮੁੰਦਰ ਆ। ਕਹਿੰਦੇ ਗੁਰੂ ਕਹਿੰਦੇ ਉਸ ਪਰਮਾਤਮਾ ਦਾ ਹੀ ਰੂਪ ਹੈ। ਕਹਿੰਦੇ ਪੂਰੇ ਗੁਰੂ ਦੀ ਦੱਸੀ ਹੋਈ ਸੇਵਾ ਉਹੀ ਜੀਵ ਕਰਦੇ ਨੇ ਜਿਨ੍ਹਾਂ ਦੇ ਭਾਗ ਚੰਗੇ ਨੇ। ਫਿਰ ਕਹਿੰਦੇ ਜੀਵਨ ਦੀ ਜਿਹੜੀ ਅਸਲੀਅਤ ਆ ਉਹ ਵੀ ਉਹੀ ਜੀਵ ਬੁੱਝ ਸਕਦਾ। ਅਸਲੀਅਤ ਜੀਵਨ ਦੀ ਨੂੰ ਉਹੀ ਸਮਝ ਸਕਦਾ ਜਿਹਨੂੰ ਪਰਮਾਤਮਾ ਆਪ ਬੁਝਾਏ। ਕਹਿੰਦੇ ਗੁਰੂ ਹੀ ਕਿਰਪਾ ਕਰਕੇ ਜੀਵ ਕੋਲੋਂ ਪਰਮਾਤਮਾ ਦੀ ਸੇਵਾ ਭਗਤੀ ਦੀ ਕਾਰ ਕਰਵਾਉਂਦਾ ਹੈ। ਕਹਿੰਦੇ ਗੁਰੂ ਵੱਲੋਂ ਬਖਸ਼ੇ ਹੋਏ ਗਿਆਨ ਰਤਨ ਦੇ ਨਾਲ ਜੀਵ ਨੂੰ ਪਰਮਾਤਮਾ ਬਾਰੇ ਸੋਝੀ ਹੁੰਦੀ ਹੈ। ਗੁਰੂ ਦੀ ਕਿਰਪਾ ਦੇ ਨਾਲ ਅਗਿਆਨਤਾ ਖਤਮ ਹੁੰਦੀ ਹੈ ਤੇ ਜੀਵ ਮਾਇਆ ਵੱਲੋਂ ਸੁਚੇਤ ਰਹਿੰਦਾ ਹੈ। ਉਹੀ ਜੀਵ ਫਿਰ ਕਹਿੰਦੇ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਸਕਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਝੀ ਪਾਏ। ਕਹਿੰਦੇ ਗੁਰੂ ਦੇ ਸ਼ਬਦ ਵਿੱਚ ਜੁੜਿਆ ਜੀਵ ਆਪਣੇ ਅੰਦਰੋਂ ਮਾਇਆ ਦਾ ਮੋਹ ਤੇ ਹੰਕਾਰ ਖਤਮ ਕਰ ਲੈਂਦਾ। ਪਰ ਇਹ ਸਾਰੇ ਚੀਜ਼ਾਂ ਦੀ ਸੋਝੀ ਕਹਿੰਦੇ ਵੀ ਗੁਰੂ ਦੇ ਸ਼ਰਨ ਪਿਆਈ ਆਉਂਦੀ ਆ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੇ ਥਿਰ ਨਾਮ ਸਮਾਣੇ। ਫਿਰ ਜਿਸ ਜੀਵ ਨੂੰ ਕਹਿੰਦੇ ਵੀ ਗੁਰੂ ਦੀ ਸ਼ਰਨ ਪਿਆ ਪਰਮਾਤਮਾ ਬਾਰੇ ਜਾਣ ਪਛਾਣ ਹੁੰਦੀ ਆ, ਫਿਰ ਉਹ ਕਹਿੰਦੇ ਗੁਰੂ ਦੇ ਸ਼ਬਦ ਰਾਹੀਂ ਆਪਣੇ ਅੰਤਰ ਆਤਮੇ ਪਰਮਾਤਮਾ ਦੇ ਘਰ ਦੀ ਪਹਿਚਾਣ ਹੋ ਜਾਂਦੀ ਆ ਉਹਨੂੰ। ਫਿਰ ਕਹਿੰਦੇ ਉਹਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ, ਉਹ ਪਰਮਾਤਮਾ ਦੇ ਨਾਮ ਵਿੱਚ ਲੀਨ ਹੋ ਜਾਂਦਾ ਜੀਵ। ਜੰਮਣ ਮਰਨਾ ਹੈ ਸੰਸਾਰ, ਮਨ ਮੁਖ ਅਚੇਤ ਮਾਇਆ ਮੋਹ ਗੁਬਾਰ। ਕਹਿੰਦੇ ਬਾਕੀ ਸੰਸਾਰ ਦੇ ਜਿਹੜੇ ਜੀਵ ਨੇ ਉਹ ਜੰਮਣ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ। ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਚੱਲਦੇ ਨੇ, ਉਹ ਕਹਿੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ। ਮਾਇਆ ਦੇ ਮੋਹ ਦੇ ਵਿੱਚ ਹਨੇਰੇ ਵਿੱਚ ਗਲਤਾਨ ਨੇ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸਟਾ ਕਾ ਕੀੜਾ ਵਿਸਟਾ ਮਾਹੇ ਸਮਾਵੈ। ਜਿਹੜੇ ਮਨਮੁਖ ਨੇ ਕਹਿੰਦੇ ਉਹ ਦੂਜਿਆਂ ਦੀ ਨਿੰਦਾ ਵਿੱਚ, ਝੂਠ ਵਿੱਚ, ਇਹਨਾਂ ਦੇ ਵਿੱਚ ਕਹਿੰਦੇ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਜਿਵੇਂ ਕਹਿੰਦੇ ਗੰਦ ਦਾ ਕੀੜਾ ਗੰਦ ਵਿੱਚੋਂ ਨਿਕਲਣਾ ਨਹੀਂ ਚਾਹੁੰਦਾ, ਇਸ ਤਰ੍ਹਾਂ ਦੀ ਮਨਮੁਖ ਦੀ ਜ਼ਿੰਦਗੀ ਆ। ਸਤ ਸੰਗਤ ਮਿਲ ਸਭ ਸੋਝੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਿਰੜਾਏ। ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਆਉਂਦੇ ਨੇ, ਸਤ ਸੰਗਤ ਦੇ ਵਿੱਚ ਆਉਂਦੇ ਨੇ, ਗੁਰੂ ਨੂੰ ਮਿਲਦੇ ਨੇ, ਉਹਨਾਂ ਨੂੰ ਸਾਰੀ ਇਹ ਜੀਵਨ ਦੀ ਜਿਹੜੀ ਅਸਲੀਅਤ ਆ ਵੀ ਚੰਗਾ ਕੀ ਮਾੜਾ ਕੀ, ਉਹਨਾਂ ਨੂੰ ਸਭ ਸਮਝ ਲੱਗਦੀ ਆ। ਫਿਰ ਉਹ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੀ ਭਗਤੀ ਨੂੰ ਆਪਣੇ ਅੰਦਰ ਦ੍ਰਿੜ ਕਰਦੇ ਨੇ।
ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਜਿਹੜਾ ਜੀਵ ਕਹਿੰਦੇ ਪਰਮਾਤਮਾ ਦੀ ਰਜ਼ਾ ਨੂੰ ਮੰਨਦਾ ਉਹ ਸੁੱਖ ਵਿੱਚ ਰਹਿੰਦਾ ਹੈ। ਇਸ ਤਰ੍ਹਾਂ ਫਿਰ ਨਾਨਕ ਜੀ ਕਹਿੰਦੇ ਨੇ ਉਹ ਉਸ ਸੱਚੇ ਵਿੱਚ ਲੀਨ ਹੋਇਆ ਰਹਿੰਦਾ ਹੈ ਜਿਹੜਾ ਜੀਵ ਉਹਦੀ ਰਜ਼ਾ ਨੂੰ ਮਿੱਠੀ ਕਰਕੇ ਮੰਨ ਲੈਂਦਾ ਹੈ। ਆਸਾ ਮਹੱਲਾ ਤੀਜਾ ਪੰਚਪਦੇ। ਸ਼ਬਦ ਮਰੈ ਤਿਸ ਸਦਾ ਆਨੰਦ, ਸਤਿਗੁਰ ਭੇਟੇ ਗੁਰ ਗੋਬਿੰਦ। ਜਿਹੜੇ ਜੀਵ ਕਹਿੰਦੇ ਗੁਰੂ ਨੂੰ ਮੇਲ ਕਰਕੇ, ਪਹਿਲਾਂ ਗੁਰੂ ਦੇ ਨਾਲ ਮਿਲਾਪ ਹੁੰਦਾ, ਫਿਰ ਉਸ ਪਰਮਾਤਮਾ ਨਾਲ ਮਿਲਾਪ ਹੁੰਦਾ, ਜਿਹੜੇ ਸ਼ਬਦ ਦੇ ਰਾਹੀਂ ਆਪਣੇ ਅੰਦਰੋਂ ਆਪਾ ਭਾਪ ਮਾਰ ਲੈਂਦੇ ਨੇ, ਵਿਕਾਰਾਂ ਵੱਲੋਂ ਮਰ ਜਾਂਦੇ ਨੇ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਨਾ ਫਿਰ ਮਰੈ ਨਾ ਆਵੈ ਜਾਏ, ਪੂਰੇ ਗੁਰ ਤੇ ਸਾਚ ਸਮਾਏ। ਉਹਨਾਂ ਦਾ ਫਿਰ ਕਹਿੰਦੇ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ, ਪੂਰੇ ਗੁਰੂ ਦੀ ਸ਼ਰਨ ਆਉਣ ਦੇ ਨਾਲ ਉਹ ਪਰਮਾਤਮਾ ਦੇ ਵਿੱਚ ਸਮਾਏ ਰਹਿੰਦੇ ਨੇ। ਜਿਨ ਕੋ ਨਾਮ ਲਿਖਿਆ ਤੁਰ ਲੇਖ, ਤੇ ਅਨ ਦਿਨ ਨਾਮ ਸਦਾ ਤੇ ਆਵੈ, ਗੁਰ ਪੂਰੇ ਤੇ ਭਗਤ ਵਿਸੇਖ ਰਹਾਓ। ਕਹਿੰਦੇ ਜਿਨ੍ਹਾਂ ਦੇ ਪੂਰਵਲੇ ਸੰਸਕਾਰ ਇਸ ਤਰ੍ਹਾਂ ਦੇ ਨੇ ਕਿ ਉਹਨਾਂ ਨੇ ਪਿਛਲੇ ਜਨਮ ਦੇ ਵਿੱਚ ਵੀ ਕਮਾਈ ਕੀਤੀ ਆ, ਅਤੇ ਉਹ ਉਹਨਾਂ ਦੇ ਪੂਰਵਲੇ ਕਹਿੰਦੇ ਅੰਕਰ ਜਿਹੜੇ ਫੁੱਟਦੇ ਨੇ, ਫਿਰ ਉਹਦੇ ਅਨੁਸਾਰ ਉਹ ਇਸ ਜਨਮ ਦੇ ਵਿੱਚ ਵੀ ਸਦਾ ਉਸ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਅਤੇ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਅਸਲੀ ਭਗਤੀ ਆ ਉਹ ਕਰਦੇ ਨੇ। ਉਹ ਕਹਿੰਦੇ ਉਹੀ ਕਰਦੇ ਨੇ ਜਿਨ੍ਹਾਂ ਦੇ ਇਹ ਧੁਰ ਤੋਂ ਲੇਖ ਲਿਖੇ ਗਏ ਨੇ ਕਿ ਇਹਨਾਂ ਦੇ ਨਾਮ ਸਿਮਰਨ ਕਰਨਾ ਹੈ। ਉਹ ਕਹਿੰਦੇ ਫਿਰ ਹਰ ਰੋਜ਼ ਹੀ ਉਸ ਪਰਮਾਤਮਾ ਦਾ ਨਾਮ ਧਿਆਉਂਦੇ ਨੇ, ਪੂਰੇ ਗੁਰੂ ਵੱਲੋਂ ਉਹਨਾਂ ਨੂੰ ਇਸ ਭਗਤੀ ਦੀ ਬਖਸ਼ਿਸ਼ ਹੁੰਦੀ ਆ। ਜਿਨ ਕੋ ਹਰ ਪ੍ਰਭ ਲਏ ਮਿਲਾਏ, ਤਿਨ ਕੀ ਗਹਿਣ ਗਥ ਕਹੀ ਨਾ ਜਾਏ। ਜਿਨ੍ਹਾਂ ਨੂੰ ਕਹਿੰਦੇ ਪਰਮਾਤਮਾ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾ ਲੈਂਦਾ, ਉਹਨਾਂ ਦੀ ਕਹਿੰਦੇ ਅਵਸਥਾ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ, ਉਹਨਾਂ ਦੀ ਅਵਸਥਾ ਬਿਆਨ ਕਰਨੀ ਕਠਿਨ ਹੋ ਜਾਂਦੀ ਆ। ਕਹਿੰਦੇ ਪੂਰੇ ਸਤਿਗੁਰ ਦਿੱਤੀ ਵਡਿਆਈ, ਊਤਮ ਪਦਵੀ ਹਰ ਨਾਮ ਸਮਾਈ। ਜਿਸ ਜੀਵ ਨੂੰ ਕਹਿੰਦੇ ਸਤਿਗੁਰ ਨੇ ਪਰਮਾਤਮਾ ਦੀ ਭਗਤੀ ਬਖਸ਼ ਦਿੱਤੀ, ਇਹ ਵਡਿਆਈ ਦੇ ਦਿੱਤੀ, ਤਾਂ ਉਸ ਨੂੰ ਉੱਚੀ ਅਵਸਥਾ ਮਿਲਦੀ ਆ ਅਤੇ ਉਹ ਹਰੀ ਦੇ ਨਾਮ ਵਿੱਚ ਸਮਾਇਆ ਰਹਿੰਦਾ ਹੈ। ਜੋ ਕਿਛ ਕਰੇ ਸੋ ਆਪੇ ਆਪ, ਏਕ ਘੜੀ ਮਹਿ ਥਾਪ ਉਥਾਪ। ਕਹਿੰਦੇ ਜੋ ਕੁਛ ਵੀ ਸੰਸਾਰ ਵਿੱਚ ਵਰਤ ਰਿਹਾ ਉਹ ਪਰਮੇਸ਼ਰ ਆਪ ਕਰ ਰਿਹਾ। ਇੱਕ ਘੜੀ ਦੇ ਵਿੱਚ ਕਹਿੰਦੇ ਉਹ ਜੀਵ ਪੈਦਾ ਕਰਦਾ, ਸ੍ਰਿਸ਼ਟੀ ਪੈਦਾ ਕਰਦਾ, ਇੱਕ ਘੜੀ ਦੇ ਵਿੱਚ ਉਹਦਾ ਨਾਸ਼ ਵੀ ਕਰ ਸਕਦਾ। ਕਹਿ ਕਹਿ ਕਹਿਣਾ ਆਖ ਸੁਣਾਏ, ਜੇ ਸੋ ਕਾਲੇ ਥਾਏ ਨਾ ਪਾਏ। ਕਹਿੰਦੇ ਇੱਕ ਤਾਂ ਜੀਵ ਭਗਤੀ ਕਰਦੇ ਨੇ, ਇੱਕ ਸਿਰਫ ਕਹਿੰਦੇ ਭਗਤੀ ਦੀਆਂ ਗੱਲਾਂ ਹੀ ਕਰਦੇ ਨੇ। ਫਿਰ ਜਿਹੜੇ ਕਹਿੰਦੇ ਸਿਰਫ ਭਗਤੀ ਦੀਆਂ ਗੱਲਾਂ ਹੀ ਕਰਦੇ ਨੇ, ਭਗਤੀ ਨਹੀਂ ਕਰਦੇ, ਉਹ ਚਾਹੇ ਕਹਿੰਦੇ ਭਗਤੀ ਦੀਆਂ ਗੱਲਾਂ ਕਰਨ ਦੇ ਲਈ 100 ਵਾਰ ਕਹਿੰਦੇ ਵੀ ਮਿਹਨਤ ਕਰਦੇ ਨੇ, ਪਰ ਇਸ ਤਰ੍ਹਾਂ ਦੀਆਂ ਗੱਲਾਂ ਦੀ ਜਿਹੜੀ ਭਗਤੀ ਆ ਇਹ ਕਬੂਲ ਨਹੀਂ ਪੈਂਦੀ। ਜਿਨ ਕੈ ਪੋਤੈ ਪੁੰਨ ਤਿਨਾ ਗੁਰੂ ਮਿਲਾਏ, ਸੱਚ ਬਾਣੀ ਗੁਰ ਸ਼ਬਦ ਸੁਣਾਏ। ਕਹਿੰਦੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਪਰਮਾਤਮਾ ਗੁਰੂ ਦੇ ਨਾਲ ਮਿਲਾਉਂਦੇ ਆ, ਫਿਰ ਗੁਰੂ ਉਸ ਜੀਵ ਨੂੰ ਪਰਮਾਤਮਾ ਦੀ ਧੁਰ ਦੀ ਬਾਣੀ ਅਤੇ ਗੁਰੂ ਦਾ ਸਿਫਤ ਸਲਾਹ ਦਾ ਸ਼ਬਦ ਸੁਣਾਉਂਦਾ। ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ, ਗਿਆਨ ਰਤਨ ਸਾਚੈ ਸਹਿਜ ਸਮਾਏ। ਫਿਰ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਦਾ ਉਹਦੇ ਦੁੱਖ ਖਤਮ ਹੋ ਜਾਂਦੇ ਨੇ। ਗੁਰੂ ਵੱਲੋਂ ਦਿੱਤੇ ਹੋਏ ਗਿਆਨ ਰਤਨ ਦੀ ਬਰਕਤ ਦੇ ਨਾਲ ਉਹ ਸੱਚੇ ਹੋ ਜਾਂਦੇ ਨੇ, ਅਤੇ ਸੱਚੇ ਹੋ ਕੇ ਸਹਿਜਤਾ ਦੇ ਵਿੱਚ ਰਹਿੰਦੇ ਨੇ, ਅਤੇ ਫਿਰ ਉਸ ਸੱਚੇ ਵਿੱਚ ਸਮਾ ਜਾਂਦੇ ਨੇ।
ਨਾਵੈ ਜੇਵੜ ਹੋਰ ਤਨ ਨਾਹੀ ਕੋਏ, ਜਿਸਨੋ ਬਖਸ਼ੈ ਸਾਚਾ ਸੋਏ। ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਧਨ ਜਿੱਡਾ ਧਨ ਕੋਈ ਹੋਰ ਹੈ ਨਹੀਂ, ਪਰ ਇਹ ਉਹਨੂੰ ਹੀ ਪ੍ਰਾਪਤ ਹੁੰਦਾ ਜਿਹਨੂੰ ਉਹ ਪਰਮਾਤਮਾ ਕਿਰਪਾ ਕਰਕੇ ਗੁਰੂ ਕੋਲੋਂ ਦਿਵਾਉਂਦਾ ਹੈ। ਕਹਿੰਦੇ ਉਹ ਫਿਰ ਜੀਵ ਜਿਹਨੂੰ ਇਹ ਪਰਮਾਤਮਾ ਦਾ ਨਾਮ ਧਨ ਮਿਲਦਾ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਂਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਆਸਾ ਮਹੱਲਾ ਤੀਜਾ। ਨਿਰਤ ਕਰੇ ਬਹੁ ਵਾਜੇ ਵਜਾਏ, ਇਹ ਮਨ ਅੰਧਾ ਬੋਲਾ ਹੈ, ਕਿਸ ਆਖ ਸੁਣਾਏ। ਅੰਤਰ ਲੋਭ ਭਰਮ ਅਨ ਲਵਾਓ, ਦੀਵਾ ਬਲੇ ਨ ਸੋਜੀ ਪਾਏ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ। ਰਹਾਓ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਤਰ੍ਹਾਂ ਰਾਸ ਧਾਰੀਏ ਹੁੰਦੇ ਨੇ, ਉਹ ਭਗਤੀ ਲਈ ਕਈ ਤਰ੍ਹਾਂ ਦੇ ਨਿਰਤ ਕਰਦੇ ਨੇ, ਵਾਜੇ ਵਜਾਉਂਦੇ ਨੇ। ਫਿਰ ਕਹਿੰਦੇ ਜਿਹੜੇ ਇਹ ਭਗਤੀ ਦੇ ਲਈ ਨਿਰਤ ਕਰਦੇ ਨੇ ਜਾਂ ਵਾਜੇ ਵਜਾਉਂਦੇ ਨੇ, ਇਹ ਕਹਿੰਦੇ ਕਿਹਨੂੰ ਸੁਣਾ ਰਹੇ ਨੇ? ਸੁਣਾਉਣਾ ਤਾਂ ਮਨ ਨੂੰ ਹੈ, ਮਨ ਵੀ ਉਹੀ ਜਿਹੜਾ ਸੁਣਨ ਵਾਲਾ ਹੋਏ। ਕਹਿੰਦੇ ਉਹਨਾਂ ਦਾ ਆਪਣਾ ਮਨ ਤਾਂ ਮਾਇਆ ਦੇ ਵਿੱਚ ਅੰਨਾ ਹੋਇਆ, ਪਰਮਾਤਮਾ ਦੇ ਸਿਫਤ ਸਲਾਹ ਨਾ ਸੁਣਨ ਵੱਲੋਂ ਬੋਲਾ ਹੋਇਆ। ਕਹਿੰਦੇ ਕਿਹਨੂੰ ਉਹ ਸੁਣਾ ਰਹੇ ਨੇ? ਇਹ ਅੰਦਰ ਉਹਨਾਂ ਦੇ ਕਹਿੰਦੇ ਆਪਣੇ ਲੋਭ ਹੈ, ਲੋਭ ਦੀ ਅੱਗ ਆ। ਕਹਿੰਦੇ ਭਰਮ ਦੀ ਹਵਾ ਚੱਲ ਰਹੀ ਆ, ਜਿਹਦੇ ਕਰਕੇ ਕੋਈ ਗਿਆਨ ਰੂਪੀ ਦੀਵਾ ਨਹੀਂ ਵਲ ਰਿਹਾ ਅੰਦਰ। ਉਹਨਾਂ ਦੇ ਗਿਆਨ ਨਹੀਂ ਹੋਇਆ, ਪਰਮਾਤਮਾ ਦੀ ਸੋਝੀ ਨਹੀਂ ਹੋਈ। ਉਹ ਕਿਸ ਤਰ੍ਹਾਂ ਹੁੰਦੀ ਆ? ਕਹਿੰਦੇ ਗੁਰੂ ਦੇ ਸਨਮੁਖ ਰਿਹਾ, ਗੁਰਮੁਖ ਭਗਤ ਘਟ ਚਾਨਣ ਹੋਏ। ਜੋ ਗੁਰੂ ਦੇ ਸਨਮੁਖ ਹੋ ਕੇ ਭਗਤੀ ਕਰਦੇ ਨੇ, ਉਹਨਾਂ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੁੰਦਾ। ਫਿਰ ਉਹ ਆਪੇ ਦੀ ਪਛਾਣ ਕਰਦੇ ਨੇ, ਫਿਰ ਉਹ ਪਰਮਾਤਮਾ ਨੂੰ ਮਿਲ ਸਕਦੇ ਨੇ। ਗੁਰਮੁਖ ਨਿਰਤ ਹਰ ਲਾਗੈ ਪਾਓ, ਗੁਰਮੁਖ ਨਿਰਤ ਹਰ ਲਾਗੈ ਪਾਓ। ਪੂਰੇ ਤਾਲ ਵਿੱਚੋਂ ਆਪ ਗਵਾਏ, ਮੇਰਾ ਪ੍ਰਭ ਸਾਚਾ ਆਪੇ ਜਾਣ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ, ਉਹਨਾਂ ਦਾ ਨਿਰਤ ਕੀ ਹੈ? ਉਹਨਾਂ ਦੀ ਨਿਰਤ ਹੈ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਣਾ। ਇਹ ਉਹਨਾਂ ਦਾ ਭਗਤੀ ਵਾਲਾ ਨਾਚ ਆ, ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਣਾ। ਫਿਰ ਕਹਿੰਦੇ ਉਹ ਆਪਣੇ ਅੰਦਰੋਂ ਆਪਾ ਭਾਵ ਗਵਾ ਲੈਂਦੇ ਨੇ। ਇਹ ਫਿਰ ਉਹ ਪੂਰੇ ਤਾਲ ਵਿੱਚ ਨੇ, ਉਹਨਾਂ ਦੀ ਭਗਤੀ ਪੂਰੇ ਤਾਲ ਵਿੱਚ ਹੈ। ਕਹਿੰਦੇ ਮੇਰਾ ਪਰਮਾਤਮਾ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। ਗੁਰੂ ਦੇ ਕਹਿੰਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਤਰ ਜਿਹੜਾ ਬ੍ਰਹਮ ਆ, ਉਹਦੇ ਨਾਲ ਪਛਾਣ ਪਾਓ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰੂ ਦੇ ਸਨਮੁਖ ਰਹਿ ਕੇ ਕਹਿੰਦੇ ਪਰਮਾਤਮਾ ਦੀ ਭਗਤੀ ਕਰੋ, ਆਪਣੇ ਅੰਦਰ ਉਸ ਸੱਚੇ ਦੇ ਨਾਲ ਪ੍ਰੇਮ ਪੈਦਾ ਕਰੋ। ਗੁਰੂ ਦੇ ਸ਼ਬਦ ਦੇ ਵਿੱਚ ਜੁੜ ਕੇ ਸਹਿਜ ਵਿੱਚ ਟਿਕ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ। ਗੁਰਮੁਖ ਭਗਤ ਜੁਗਤ ਸੱਚ ਸੋਏ, ਪਖੰਡ ਭਗਤ ਨਿਰਤ ਦੁਖ ਹੋਏ। ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦੀ ਭਗਤੀ ਕਰਦੇ ਨੇ, ਇਹ ਭਗਤੀ ਕਰਨ ਦਾ ਸਹੀ ਢੰਗ ਹੈ। ਜਿਹੜੇ ਕਹਿੰਦੇ ਪਖੰਡ ਦੇ ਵਿੱਚ ਨਾਚ ਕਰਕੇ ਸਿਰਫ ਪਖੰਡ ਦੀ ਭਗਤੀ ਕਰਦੇ ਨੇ, ਉਹਦੇ ਨਾਲ ਦੁੱਖ ਹੁੰਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ। ਏਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ। ਕਹਿੰਦੇ ਸੱਚੀ ਭਗਤੀ ਇਹ ਆ ਜਿਹੜਾ ਜੀਵ ਆਪਣੇ ਜੀਵਨ ਦੇ ਦੌਰਾਨ ਮਾਇਆ ਦੇ ਮੋਹ ਵੱਲੋਂ ਮਰ ਜਾਂਦਾ,
ਵਿਕਾਰਾਂ ਵੱਲੋਂ ਮਰ ਜਾਂਦਾ, ਇਹ ਸੱਚੀ ਭਗਤੀ ਆ। ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਲੈਂਦਾ। ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜੀਉ ਆਪ ਵਸੈ ਮਨ ਆਏ। ਜਿਹੜੇ ਜੀਵ ਕਹਿੰਦੇ ਗੁਰੂ ਦੇ ਉਪਦੇਸ਼ ਦੁਆਰਾ ਭਗਤੀ ਕਰਦੇ ਨੇ, ਉਹ ਕਬੂਲ ਪੈਂਦੀ ਆ। ਪਰਮਾਤਮਾ ਉਹਨਾਂ ਦੇ ਮਨ ਵਿੱਚ ਆ ਵਸਦਾ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰ ਸਿਉ ਚਿਤ ਲਾਏ। ਕਹਿੰਦੇ ਪਹਿਲਾਂ ਪਰਮਾਤਮਾ ਕਿਰਪਾ ਕਰਕੇ ਜੀਵ ਦਾ ਗੁਰੂ ਦੇ ਨਾਲ ਮਿਲਾਪ ਕਰਾਉਂਦਾ, ਫਿਰ ਗੁਰੂ ਉਸ ਸੇਵਕ ਦੇ ਉੱਪਰ ਮਿਹਰ ਕਰਦਾ ਤੇ ਉਹ ਭਗਤੀ ਵਿੱਚ ਲੱਗਦਾ, ਉਹ ਪਰਮਾਤਮਾ ਦੇ ਨਾਲ ਚਿੱਤ ਜੋੜਦਾ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਜਿਹੜੇ ਜੀਵ ਕਹਿੰਦੇ ਪਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਉਹਨਾਂ ਦੀ ਸੱਚੀ ਵਡਿਆਈ ਬਣ ਜਾਂਦੀ ਆ। ਨਾਨਕ ਜੀ ਕਹਿੰਦੇ ਨੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆਂ ਆਨੰਦ ਬਣ ਜਾਂਦਾ ਹੈ, ਜੀਵ ਨੂੰ ਸੁੱਖ ਹੁੰਦਾ ਹੈ। ਆਸਾ ਘਰ 8ਵਾਂ ਕਾਫੀ ਮਹੱਲਾ ਤੀਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਕੈ ਭਾਣੈ ਸਤਿਗੁਰ ਮਿਲੈ, ਸੱਚ ਸੋਝੀ ਹੋਈ। ਗੁਰ ਪ੍ਰਸਾਦੀ ਮਨ ਵਸੈ, ਹਰ ਬੂਝੈ ਸੋਈ। ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦੇ ਰਜ਼ਾ ਦੇ ਵਿੱਚ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਤਾਂ ਉਸ ਜੀਵ ਨੂੰ ਪਰਮਾਤਮਾ ਨਾਲ ਜਾਣ ਪਛਾਣ ਹੁੰਦੀ ਆ। ਫਿਰ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹਰੀ ਮਨ ਦੇ ਵਿੱਚ ਵਸਦਾ। ਫਿਰ ਉਹੀ ਜਿਹੜਾ ਜੀਵ ਆ, ਫਿਰ ਜਿਹਦੇ ਗੁਰੂ ਦੇ ਨਾਲ ਮਿਲਾਪ ਹੋਇਆ, ਹਰੀ ਦੇ ਨਾਲ ਜਾਣ ਪਛਾਣ ਹੋਈ, ਗੁਰੂ ਦੀ ਕਿਰਪਾ ਨਾਲ ਨਾਮ ਦੀ ਕਮਾਈ ਕੀਤੀ, ਉਹ ਫਿਰ ਕਹਿੰਦੇ ਪਰਮਾਤਮਾ ਵੱਲੋਂ ਉਹਨਾਂ ਨੂੰ ਸੋਝੀ ਮਿਲ ਜਾਂਦੀ ਆ। ਮੈਂ ਸਹੁ ਦਾਤਾ ਏਕ ਹੈ, ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਵਸੈ, ਤਾਂ ਸਦਾ ਸੁਖ ਹੋਈ ਰਹਾਓ। ਕਹਿੰਦੇ ਮੇਰਾ ਮਾਲਕ ਵੀ ਤੇ ਮੈਨੂੰ ਦਾਤਾਂ ਵੀ ਦੇਣ ਵਾਲਾ ਸਿਰਫ ਉਹ ਇੱਕ ਪਰਮਾਤਮਾ ਹੈ। ਉਹ ਕਹਿੰਦੇ ਮਨ ਦੇ ਵਿੱਚ ਜਦੋਂ ਗੁਰੂ ਦੀ ਕਿਰਪਾ ਨਾਲ ਵਸ ਜਾਂਦਾ ਜੀਵ ਦੇ, ਫਿਰ ਉਸ ਜੀਵ ਨੂੰ ਸਦਾ ਆਨੰਦ ਹੁੰਦਾ। ਇਸ ਯੁਗ ਮੈਂ ਨਿਰਭਉ ਹਰ ਨਾਮ ਹੈ, ਪਾਈਐ ਗੁਰ ਵਿਚਾਰ। ਬਿਨ ਨਾਵੇ ਜਮ ਕੇ ਵਸ ਹੈ, ਮਨ ਮੁਖ ਅੰਧ ਗਵਾਰ। ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਜਿਹੜਾ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਹੈ, ਉਹ ਕੀ ਚੀਜ਼ ਆ? ਪਰਮਾਤਮਾ ਦਾ ਨਾਮ। ਪਰਮਾਤਮਾ ਦਾ ਨਾਮ ਕਹਿੰਦੇ ਕਿਸ ਤਰ੍ਹਾਂ ਪਾਇਆ ਜਾਂਦਾ? ਗੁਰੂ ਦੇ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਕੇ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਝੋਲੀ ਪੈਂਦਾ। ਕਹਿੰਦੇ ਜਿਹੜੇ ਜੀਵ ਮਨਮੁਖ ਨੇ, ਮਾਇਆ ਦੇ ਹਨੇਰੇ ਵਿੱਚ ਅੰਨੇ ਹੋਏ ਨੇ, ਉਹ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਆਤਮਿਕ ਮੌਤ ਦੇ ਵਸ ਨੇ। ਵਿਕਾਰਾਂ 'ਚ, ਮਾਇਆ 'ਚ, ਸੰਸਾਰਕ ਪਦਾਰਥਾਂ 'ਚ ਉਹਨਾਂ ਨੂੰ ਕੋਈ ਸੋਝੀ ਨਹੀਂ ਗੀ। ਹਰ ਕੈ ਭਾਣੈ ਜਨ ਸੇਵਾ ਕਰੈ, ਬੂਝੈ ਸੱਚ ਸੋਈ। ਹਰ ਕੈ ਭਾਣੈ ਸਾਲਾਹੀਐ, ਭਾਣੈ ਮੰਨਿਐ ਸੁਖ ਹੋਈ। ਜਿਹੜੇ ਜੀਵ ਕਹਿੰਦੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਉਹਦੀ ਸੇਵਾ ਭਗਤੀ ਕਰਦੇ ਨੇ, ਉਹਨਾਂ ਨੂੰ ਜੀਵਨ ਦੀ ਅਸਲੀਅਤ ਦੀ ਸਮਝ ਹੁੰਦੀ ਆ। ਉਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੀ ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਨਾ ਕਰਦੇ ਨੇ, ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਇਸ ਕਰਕੇ ਉਹ ਹਮੇਸ਼ਾ ਸੁੱਖ ਵਿੱਚ ਰਹਿੰਦੇ ਨੇ। ਹਰ ਕੈ ਭਾਣੈ ਜਨਮ ਪਦਾਰਥ ਪਾਇਆ, ਮਤ ਊਤਮ ਹੋਈ। ਨਾਨਕ ਨਾਮ ਸਲਾਹ ਤੂੰ, ਗੁਰਮੁਖ ਗਤ ਹੋਈ। ਕਹਿੰਦੇ ਜੋ ਜੀਵ ਹਰੀ ਦੀ ਰਜ਼ਾ ਦੇ ਵਿੱਚ ਰਹਿ ਕੇ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਉਹਦੇ ਨਾਮ ਨੂੰ ਜਪਦੇ ਨੇ, ਫਿਰ ਉਹ ਜਿਸ ਮਨੋਰਥ ਲਈ ਇਹ ਮਨੁੱਖਾ ਜੀਵਨ ਮਿਲਿਆ, ਉਸ ਮਨੋਰਥ ਨੂੰ ਪੂਰਾ ਕਰ ਲੈਂਦੇ ਨੇ। ਉਹਨਾਂ ਦੀ ਜਿਹੜੀ ਬੁੱਧੀ ਆ ਉਹ ਪਵਿੱਤਰ ਹੋ ਜਾਂਦੀ ਆ। ਨਾਨਕ ਜੀ ਕਹਿੰਦੇ ਨੇ, ਹੇ ਜੀਵ,
ਤੂੰ ਗੁਰੂ ਦੇ ਸਨਮੁਖ ਹੋ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰ, ਉਹਦਾ ਨਾਮ ਜਪ, ਉਹਦੇ ਗੁਣਾਂ ਦੀ ਵਿਚਾਰ ਕਰ, ਤਾਂ ਕਿ ਤੇਰੀ ਉੱਚੀ ਆਤਮਿਕ ਅਵਸਥਾ ਬਣ ਸਕੇ। ਗੁਰੂ ਦੇ ਚਰਨਾਂ ਵਿੱਚ ਜੁੜ, ਪਰਮਾਤਮਾ ਦਾ ਨਾਮ ਜਪ। ਹਾਂਜੀ ਸੰਗਤ ਜੀ, ਇੰਨੀ ਵਿਚਾਰ ਪ੍ਰਵਾਨ ਕਰਨੀ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ, ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।